ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਐਗਜ਼ਾਮ ਪਲੱਸ ਐਜੂਕੇਸ਼ਨ ਤੇ। ਅੱਜ ਦਾ ਜੋ ਆਪਣਾ ਟੌਪਿਕ ਹੈ ਸਾਹਿਤ ਦੀ ਪਰਿਭਾਸ਼ਾ, ਸਾਹਿਤ ਦਾ ਸਰੂਪ ਅਤੇ ਪ੍ਰਯੋਜਨ ਬਾਰੇ ਅੱਜ ਆਪਾਂ ਗੱਲ ਕਰਾਂਗੇ। ਚਲੋ ਜੀ ਸਟਾਰਟ ਕਰਦੇ ਹਾਂ ਜੀ। ਸਾਹਿਤ ਸ਼ਬਦ ਸੰਸਕ੍ਰਿਤ ਦੇ ਸਾਹਿਤਯਮ ਸ਼ਬਦ ਦਾ ਪੰਜਾਬੀ ਰੂਪ ਹੈ। ਜੋ ਸਾਹਿਤ ਸ਼ਬਦ ਹੈ ਇਹ ਸੰਸਕ੍ਰਿਤ ਦੇ ਸਾਹਿਤਯਮ ਸ਼ਬਦ ਦਾ ਪੰਜਾਬੀ ਰੂਪ ਹੈ। ਇਸ ਦੇ ਕੋਸ਼ਗਤ ਅਰਥ ਹਨ ਸੰਜੋਗ, ਸੁਮੇਲ ਜਾਂ ਸਾਥ। ਹੌਲੀ ਹੌਲੀ ਸਾਹਿਤ ਸ਼ਬਦ ਸੋਹਣੀ ਸੁਹਜ ਭਰਪੂਰ ਵਿਚਾਰਾਂ ਤੇ ਸੋਹਣੇ ਲਿਖਣ ਢੰਗ ਲਈ ਪ੍ਰਯੋਗ ਹੋਣ ਲੱਗ ਪਿਆ। ਭਾਰਤੀ ਕਾਵਿ ਸ਼ਾਸਤਰੀ ਸਨ ਜੋ ਉਸ ਸਾਹਿਤ ਨੂੰ ਸਤਿਅਮ, ਸ਼ਿਵਮ, ਸੁੰਦਰਮ ਭਾਵਾਂ ਨਾਲ ਜੋੜਦੇ ਰਹੇ ਹਨ। ਸਤਿਅਮ ਤੋਂ ਭਾਵ ਹੁੰਦਾ ਹੈ ਜੀ ਸੱਚ, ਸ਼ਿਵਮ ਤੋਂ ਭਾਵ ਹੁੰਦਾ ਹੈ ਕਲਿਆਣਕਾਰੀ, ਸੁੰਦਰਮ ਤੋਂ ਭਾਵ ਹੁੰਦਾ ਹੈ ਸੋਹਣਾ, ਭਾਵ ਕਿ ਆਨੰਦ ਦੇਣ ਵਾਲਾ। ਉਰਦੂ ਜਾਂ ਫਾਰਸੀ ਭਾਸ਼ਾ ਦੀ ਜੇ ਗੱਲ ਕਰੀਏ ਤਾਂ ਇਸ ਭਾਸ਼ਾ ਅੰਦਰ ਸਾਹਿਤ ਨੂੰ ਅਦਬ ਆਖਿਆ ਜਾਂਦਾ ਹੈ, ਜਿਸ ਦੇ ਅਰਥ ਹਨ ਜੀ ਸਲੀਕਾ, ਅੱਛਾ ਢੰਗ, ਸੋਹਣਾ ਤੌਰ ਤਰੀਕਾ, ਭਾਵ ਕਿ ਅਜਿਹੀ ਰਚਨਾ ਜੋ ਜੀਵਨ ਦੇ ਤੌਰ ਤਰੀਕੇ ਨੂੰ ਸੋਹਣੇ ਢੰਗ ਨਾਲ ਬਿਆਨ ਕਰਦੀ ਹੋਈ ਜੀਵਨ ਨੂੰ ਪ੍ਰੇਰਨਾ ਦਿੰਦੀ ਹੋਵੇ, ਉਸ ਨੂੰ ਸਾਹਿਤ ਆਖਿਆ ਜਾਂਦਾ ਹੈ ਜੀ। ਹੁਣ ਆਪਾਂ ਸਾਹਿਤ ਦੀਆਂ ਕੁਝ ਪਰਿਭਾਸ਼ਾਵਾਂ ਪੜ੍ਹਦੇ ਹਾਂ ਜੀ। ਐਮਰਸਨ ਅਨੁਸਾਰ ਸਾਹਿਤ ਉੱਤਮ ਵਿਚਾਰਾਂ ਦਾ ਸੰਗ੍ਰਹਿ ਹੈ। ਸਾਹਿਤ ਕੀ ਹੈ ਜੀ? ਉੱਤਮ ਵਿਚਾਰਾਂ ਨੂੰ ਇਕੱਠਾ ਕਰਨਾ ਹੀ ਸਾਹਿਤ ਅਖਵਾਉਂਦਾ ਹੈ। ਐਮਰਸਨ ਅਨੁਸਾਰ ਹੈ ਜੀ ਜੋ ਸਾਹਿਤ ਹੈ ਉਹ ਉੱਤਮ ਵਿਚਾਰਾਂ ਦਾ ਇਕੱਠ ਹੀ ਸਾਹਿਤ ਅਖਵਾਉਂਦਾ ਹੈ। ਡਾਕਟਰ ਰੋਸ਼ਨ ਲਾਲ ਅਨੁਸਾਰ ਸ਼ਬਦ ਰੂਪੀ ਸੁੰਦਰ ਰਚਨਾ ਹੀ ਸਾਹਿਤ ਹੈ। ਸ਼ਬਦਾਂ ਦਾ ਉਹ ਰੂਪ ਜੋ ਇੱਕ ਸੁੰਦਰ ਰਚਨਾ ਬਣਦੀ ਹੋਵੇ ਉਸ ਨੂੰ ਸਾਹਿਤ ਆਖਿਆ ਜਾਂਦਾ ਹੈ। ਨੈਕਸਟ ਹੈ ਜੀ ਹਡਸਨ ਅਨੁਸਾਰ ਭਾਸ਼ਾ ਦੇ ਮਾਧਿਅਮ ਰਾਹੀਂ, ਮਾਧਿਅਮ ਕੀ ਹੋਵੇਗਾ ਜੀ? ਭਾਸ਼ਾ ਦੇ ਮਾਧਿਅਮ ਰਾਹੀਂ ਜੀਵਨ ਦੀ ਅਭਿਵਿਅਕਤੀ ਹੀ ਸਾਹਿਤ ਹੈ। ਜੀਵਨ ਨੂੰ ਅਭਿਵਿਅਕਤ ਕਰਨਾ, ਭਾਵ ਕਿ ਜੀਵਨ ਨੂੰ ਵਿਅਕਤ ਕਰਨਾ ਹੀ ਸਾਹਿਤ ਹੈ। ਮਾਧਿਅਮ ਕੀ ਹੋਵੇਗਾ ਜੀ? ਭਾਸ਼ਾ ਦੇ ਮਾਧਿਅਮ ਰਾਹੀਂ ਜੀਵਨ ਦੀ ਅਭਿਵਿਅਕਤੀ ਕਰਨਾ ਹੀ ਸਾਹਿਤ ਅਖਵਾਉਂਦਾ ਹੈ। ਨੈਕਸਟ ਹੈ ਜੀ ਪ੍ਰੋਫੈਸਰ ਕਸੇਲ ਤੇ ਪ੍ਰੋਫੈਸਰ ਪਰਮਿੰਦਰ ਸਿੰਘ ਅਨੁਸਾਰ ਸਾਹਿਤ ਕਿਸੇ ਤਜਰਬੇ ਜਾਂ ਅਨੁਭਵ ਨੂੰ ਦੂਜਿਆਂ ਤੱਕ ਪ੍ਰਗਟਾਉਣ ਦਾ ਯਤਨ ਹੀ ਸਾਹਿਤ ਅਖਵਾਉਂਦਾ ਹੈ। ਸਾਹਿਤ ਕੀ ਹੈ ਜੀ? ਆਪਣੇ ਤਜਰਬੇ ਨੂੰ ਜਾਂ ਆਪਣੇ ਅਨੁਭਵ ਨੂੰ ਦੂਜਿਆਂ ਤੱਕ ਪ੍ਰਗਟਾਉਣ ਦਾ ਯਤਨ ਹੀ ਸਾਹਿਤ ਹੈ। ਜਦੋਂ ਕਿਸੇ ਸਾਹਿਤਕਾਰ ਆਪਣੇ ਤਜਰਬੇ ਨੂੰ ਜਾਂ ਆਪਣੇ ਅਨੁਭਵ ਨੂੰ ਕਿਸੇ ਰਚਨਾ ਰਾਹੀਂ ਪਾਠਕਾਂ ਅੱਗੇ ਪ੍ਰਸਤੁਤ ਕਰਦਾ ਹੈ, ਉਹ ਕੀ ਬਣ ਜਾਂਦਾ ਹੈ? ਸਾਹਿਤ ਬਣ ਜਾਂਦਾ ਹੈ। ਡੇ ਬੋਨਾਲਡ ਦੇ ਅਨੁਸਾਰ ਸਾਹਿਤ ਸਮਾਜ ਦੀ ਅਭਿਵਿਅਕਤੀ ਹੈ, ਭਾਵ ਕਿ ਸਮਾਜ ਨੂੰ ਵਿਅਕਤ ਕਰਨਾ ਹੀ ਸਾਹਿਤ ਹੈ। ਨੈਕਸਟ ਹੈ ਜੀ ਮੈਕਸਿਮ ਗੋਰਕੀ ਦੇ ਅਨੁਸਾਰ ਲਿਟਰੇਚਰ ਇਜ਼ ਦਾ ਹਾਰਟ ਆਫ ਦਾ ਵਰਲਡ, ਭਾਵ ਕਿ ਮੈਕਸਿਮ ਗੋਰਕੀ ਨੇ ਜੋ ਸਾਹਿਤ ਹੈ ਉਸ ਨੂੰ ਉਪਮਾ ਦਿੱਤੀ ਹੈ ਜੀ ਦਿਲ ਦੀ ਉਪਮਾ ਦਿੱਤੀ ਹੈ ਜੀ ਮੈਕਸਿਮ ਗੋਰਕੀ ਨੇ ਸਾਹਿਤ ਨੂੰ। ਨੈਕਸਟ ਜੀ ਆਪਾਂ ਪੜ੍ਹਦੇ ਹਾਂ ਸਾਹਿਤ ਦਾ ਸਮੁੱਚੀ ਪਰਿਭਾਸ਼ਾ ਬਾਰੇ। ਇੱਕ ਸਮੁੱਚੇ ਤੌਰ ਤੇ ਜੇ ਆਪਾਂ ਸਾਹਿਤ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਹੈ ਜੀ ਸਾਹਿਤ ਭਾਸ਼ਾ ਅਥਵਾ ਲਿਪੀ ਦੇ ਮਾਧਿਅਮ ਰਾਹੀਂ, ਸਾਹਿਤ ਭਾਸ਼ਾ ਅਥਵਾ ਲਿਪੀ ਦੇ ਮਾਧਿਅਮ ਰਾਹੀਂ ਮਨੁੱਖੀ ਅਭਿਵਿਅਕਤੀ ਦਾ ਸਾਧਨ ਹੈ। ਇੱਥੇ ਫੇਰ ਦੇਖਿਆ ਜਾਵੇਗਾ ਜੀ ਜਿਹੜੀ ਸਾਹਿਤ ਦੀ ਮਾਧਿਅਮ ਦੀ ਗੱਲ ਕਰੀਏ ਤਾਂ ਉਹ ਕੀ ਆਵੇਗੀ? ਭਾਸ਼ਾ ਤੇ ਲਿਪੀ। ਇਸ ਤੋਂ ਇਹ ਭਾਵ ਕਦਾਚਿਤ ਨਹੀਂ ਲਿਆ ਜਾਣਾ ਚਾਹੀਦਾ ਕਿ ਸ਼ਬਦ ਵਿੱਚ ਅਭਿਵਿਅਕਤ ਹਰ ਵਸਤੂ ਹੀ ਸਾਹਿਤ ਹੈ। ਇੱਥੇ ਨੋਟ ਕਰਨ ਵਾਲੀ ਗੱਲ ਹੈ ਜੀ ਕਿ ਉਹ ਹਰ ਇੱਕ ਸ਼ਬਦ ਜੋ ਅਭਿਵਿਅਕਤ ਹੋ ਚੁੱਕਿਆ ਹੈ ਉਹ ਸਾਹਿਤ ਨਹੀਂ ਅਖਵਾ ਸਕਦਾ। ਉਸ ਲਈ ਕੁਝ ਤੱਤ ਜ਼ਰੂਰੀ ਹਨ, ਜਿਵੇਂ ਸਾਹਿਤ ਦਾ ਕੋਈ ਨਾ ਕੋਈ ਪ੍ਰਯੋਜਨ ਹੁੰਦਾ ਹੈ, ਕੋਈ ਨਾ ਕੋਈ ਉਦੇਸ਼ ਹੁੰਦਾ ਹੈ, ਉਸ ਦਾ ਕੋਈ ਨਾ ਕੋਈ ਜਿਵੇਂ ਕਹਿ ਲਈਏ ਕਿ ਆਨੰਦ ਦੇਣ ਵਾਲਾ ਹੁੰਦਾ ਹੈ। ਤਾਂ ਆਪਾਂ ਉਹ ਪ੍ਰਯੋਜਨ ਹੁਣ ਅੱਗੇ ਪੜ੍ਹਦੇ ਹਾਂ ਜੀ। ਸਾਹਿਤ ਦਾ ਪ੍ਰਯੋਜਨ। ਸਾਹਿਤ ਦੇ ਪ੍ਰਯੋਜਨ ਵਿੱਚ ਦੇਖਿਆ ਜਾਵੇ ਤਾਂ ਸਾਹਿਤ ਦਾ ਪ੍ਰਯੋਜਨ ਸੰਬੰਧੀ ਪ੍ਰਸ਼ਨ ਸਾਹਿਤ ਦੇ ਨਾਲ ਮੁੱਢ ਤੋਂ ਹੀ ਚੱਲਿਆ ਆ ਰਿਹਾ ਹੈ। ਜਦੋਂ ਸਾਹਿਤ ਦਾ ਆਰੰਭ ਹੋਇਆ ਉਦੋਂ ਤੋਂ ਹੀ ਸਾਹਿਤ ਦੇ ਪ੍ਰਯੋਜਨ ਨਾਲ ਸੰਬੰਧਿਤ ਜੋ ਪ੍ਰਸ਼ਨ ਹੈ ਕਿ ਸਾਹਿਤ ਦਾ ਕੀ ਪ੍ਰਯੋਜਨ ਹੈ, ਕੀ ਉਦੇਸ਼ ਹੈ ਜੋ ਸਾਹਿਤ ਦੀ ਰਚਨਾ ਕਰਨਾ ਜ਼ਰੂਰੀ ਹੈ, ਇਸ ਪ੍ਰਯੋਜਨ ਨੂੰ ਲੈ ਕੇ ਪ੍ਰਸ਼ਨ ਹੈ ਜੋ ਸਾਹਿਤ ਦੇ ਮੁੱਢ ਤੋਂ ਹੀ ਚੱਲਿਆ ਆ ਰਿਹਾ ਹੈ। ਤਾਂ ਪਲੇਟੋ ਨੇ ਇਸ ਬਾਰੇ ਕਿਹਾ ਕਿ ਪਲੇਟੋ ਨੇ ਸਾਹਿਤ ਨੂੰ ਨਕਲ ਦੀ ਵੀ ਨਕਲ ਕਿਹਾ ਹੈ।
ਪਲੇਟੋ ਨੇ ਸਾਹਿਤ ਨੂੰ ਨਕਲ ਦੀ ਨਕਲ ਕਿਹਾ ਹੈ, ਭਾਵ ਕਿ ਸੱਚਾਈ ਤੋਂ 2 ਗੁਣਾ ਦੂਰ, ਭਾਵ ਕਿ ਇੱਕ ਮੂਲ ਸੱਚਾਈ ਦੀ ਨਕਲ ਹੈ, ਉਸ ਤੋਂ ਥਾਂ ਦੂਜੀ ਨਕਲ ਕੀ ਹੈ? ਸਾਹਿਤ, ਭਾਵ ਕਿ ਨਕਲ ਦੀ ਨਕਲ ਹੀ ਸਾਹਿਤ ਹੈ। ਅਤੇ ਸਾਹਿਤ ਨੂੰ ਹੀਨ ਭਾਵਨਾ ਨੂੰ ਉਤੇਜਿਤ ਕਰਨ ਵਾਲਾ ਦੱਸਦੇ ਹੋਏ ਸਾਹਿਤਕਾਰਾਂ ਨੂੰ ਆਪਣੇ ਆਦਰਸ਼ਕ ਗਣਰਾਜ ਵਿੱਚੋਂ ਕੱਢਣ ਦਾ ਮਸ਼ਵਰਾ ਦਿੱਤਾ। ਭਾਵ ਕਿ ਜਦੋਂ ਸਾਹਿਤਕਾਰ ਕਿਸੇ ਕਾਲਪਨਿਕ ਸਾਹਿਤ ਨੂੰ ਪ੍ਰਸਤੁਤ ਕਰਦਾ ਹੈ, ਉਸ ਵਿੱਚ ਹੀਣ ਭਾਵਨਾ ਦੇ ਕਾਰਨ ਪਲੇਟੋ ਦਾ ਮੰਨਣਾ ਹੈ ਕਿ ਉਹ ਸਾਹਿਤਕਾਰ ਨੂੰ ਆਪਣੇ ਆਦਰਸ਼ਕ ਗਣਰਾਜ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਅਰਸਤੂ ਥੋੜਾ ਇਸ ਤੋਂ ਉਲਟ ਹੈ ਜੀ। ਅਰਸਤੂ ਨੇ ਸਾਹਿਤ ਨੂੰ ਜੀਵਨ ਦੀ ਸਿਰਜਣਾਤਮਕ ਨਕਲ ਮੰਨਿਆ ਹੈ, ਭਾਵ ਕਿ ਉਹ ਇੱਕ ਜੀਵਨ ਦੀ ਨਵੀਂ ਸਿਰਜਣਾ ਕਰਨ ਵਾਲਾ ਸਾਹਿਤ ਹੁੰਦਾ ਹੈ। ਸਾਹਿਤ ਦੇ ਪ੍ਰਯੋਜਨ ਸੰਬੰਧੀ ਜੇ ਆਪਾਂ ਗੱਲ ਕਰੀਏ ਤਾਂ ਸੰਸਕ੍ਰਿਤ ਆਚਾਰਿਆ ਹਨ ਜੋ ਉਹਨਾਂ ਨੇ ਸਾਹਿਤ ਲਈ ਕੁਝ ਪ੍ਰਯੋਜਨ ਦੱਸੇ ਹਨ। ਸਾਹਿਤ ਦਾ ਪ੍ਰਯੋਜਨ ਜੋ ਫਸਟ ਦੱਸਿਆ ਹੈ ਜੀ, ਯਸ਼ ਪ੍ਰਾਪਤੀ ਕਰਨਾ, ਭਾਵ ਕਿ ਸਾਹਿਤ ਦੇ ਪ੍ਰਯੋਜਨਾਂ ਵਿੱਚੋਂ ਪਹਿਲਾ ਹੈ ਜੋ ਯਸ਼ ਦੀ ਪ੍ਰਾਪਤੀ ਕਰਨਾ, ਭਾਵ ਕਿ ਪ੍ਰਸਿੱਧੀ ਨੂੰ ਪ੍ਰਾਪਤ ਕਰਨਾ। ਉਸ ਤੋਂ ਬਾਅਦ ਹੈ ਜੀ ਗਿਆਨ ਦੀ ਪ੍ਰਾਪਤੀ ਕਰਨਾ, ਭਾਵ ਕਿ ਨੌਲੇਜ ਨੂੰ ਵਧਾਉਣਾ। ਜਿਗਿਆਸਾ ਪੂਰਤੀ ਕਰਨਾ, ਆਪਣੇ ਮਨ ਵਿੱਚ ਉੱਠਣ ਵਾਲੇ ਜੋ ਜਿਗਿਆਸਾ ਦੇ ਭਾਵ ਹਨ, ਜਾਗਣ ਦੀ ਇੱਛਾ ਨੂੰ ਜੋ ਪੂਰਤੀ ਹੈ ਉਹ ਸਾਹਿਤ ਦੁਆਰਾ ਕੀਤੀ ਜਾਂਦੀ ਹੈ। ਐਸੇ ਤਰ੍ਹਾਂ ਹੀ ਅਰਥ ਪੂਰਤੀ ਵੀ ਸਾਹਿਤ ਦੇ ਪ੍ਰਯੋਜਨਾਂ ਵਿੱਚੋਂ ਸੰਸਕ੍ਰਿਤ ਆਚਾਰਿਆਂ ਵੱਲੋਂ ਦਿੱਤੀਆਂ ਗਏ ਪ੍ਰਯੋਜਨ ਹਨ ਜੀ। ਇਸ ਤੋਂ ਬਾਅਦ ਹੈ ਜੀ ਪੱਛਮੀ ਵਿਦਵਾਨਾਂ ਨੇ ਸਾਹਿਤ ਪ੍ਰਯੋਜਨਾਂ ਲਈ ਜੋ ਕੁਝ ਕਿਹਾ ਹੈ ਕਿ ਸਾਹਿਤ ਦਾ ਪ੍ਰਯੋਜਨ ਹੈ ਜੋ ਮਨੋਰੰਜਨ ਕਰਨਾ, ਇਹ ਸਾਹਿਤ ਦਾ ਪ੍ਰਯੋਜਨ ਹੈ। ਨੈਕਸਟ ਹੈ ਜੀ ਸਮਾਜਿਕ ਕ੍ਰਾਂਤੀ ਦਾ ਸਾਧਨ, ਭਾਵ ਕਿ ਸਮਾਜ ਵਿੱਚ ਜੋ ਕ੍ਰਾਂਤੀ ਲਿਆਂਦੀ ਜਾਂਦੀ ਹੈ ਉਹ ਸਾਹਿਤ ਵੱਲੋਂ ਹੀ ਲਿਆਂਦੀ ਜਾਂਦੀ ਹੈ ਜੀ। ਜੀਵਨ ਦੀ ਵਿਆਖਿਆ ਕਰਨਾ ਹੀ ਸਾਹਿਤ ਦਾ ਪ੍ਰਯੋਜਨ ਹੈ। ਇੱਕ ਰਚਨਾਕਾਰ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਰਚਨਾਹਾਰ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਕਈ ਪ੍ਰਯੋਜਨ ਹੋ ਸਕਦਾ ਹੈ। ਰਚਨਾਕਾਰ ਦੀ ਦ੍ਰਿਸ਼ਟੀ ਤੋਂ ਜੇ ਗੱਲ ਕਰੀਏ ਤਾਂ ਧਨ ਪ੍ਰਾਪਤੀ, ਜਸ਼ ਪ੍ਰਾਪਤੀ ਸਾਹਿਤ ਦਾ ਪ੍ਰਯੋਜਨ ਹੈ, ਭਾਵ ਕਿ ਜਦੋਂ ਕੋਈ ਰਚਨਾਕਾਰ ਕਿਸੇ ਰਚਨਾ ਦੀ ਰਚਨਾ ਕਰਦਾ, ਭਾਵ ਕਿ ਕੋਈ ਪੁਸਤਕ ਜਾਂ ਬੁੱਕ ਲਿਖਦਾ ਹੈ ਤਾਂ ਉਸ ਨੂੰ ਧਨ ਦੀ ਪ੍ਰਾਪਤੀ ਹੋਣਾ ਅਤੇ ਜਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਰਚਨਾਕਾਰ ਦੀ ਦ੍ਰਿਸ਼ਟੀ ਤੋਂ ਉਹਦਾ ਪ੍ਰਯੋਜਨ ਮੰਨਿਆ ਜਾ ਸਕਦਾ ਹੈ। ਅੰਤ ਵਿੱਚ ਜੇ ਆਪਾਂ ਸਾਹਿਤ ਦੀ ਮੂਲ ਰੂਪ ਵਿੱਚ ਜੇ ਗੱਲ ਕਰੀਏ ਤਾਂ ਸਾਹਿਤ ਸਮਾਜ ਲਈ ਉਪਯੋਗੀ, ਭਾਵ ਕਿ ਨੈਤਿਕ ਸਿੱਖਿਆ ਦੇਣ ਵਾਲਾ ਹੈ, ਉਪਯੋਗੀ ਹੁੰਦਾ ਹੈ। ਮੇਨ ਹੈ ਜੀ ਕਿ ਸਾਹਿਤ ਸਮਾਜ ਲਈ ਉਪਯੋਗੀ ਹੁੰਦਾ ਹੈ, ਭਾਵ ਨੈਤਿਕ ਸਿੱਖਿਆ ਦੇਣ ਵਾਲਾ ਹੁੰਦਾ ਹੈ ਅਤੇ ਸਮਾਜ ਨੂੰ ਆਨੰਦ ਦੇਣ ਵਾਲਾ ਹੁੰਦਾ ਹੈ। ਤਾਂ ਮੂਲ ਰੂਪ ਵਿੱਚ ਸਾਹਿਤ ਦੇ ਜੋ 2 ਪ੍ਰਯੋਜਨ ਸਾਹਮਣੇ ਆਏ ਨੇ ਉਹ ਹਨ ਉਪਯੋਗੀ ਹੋਣਾ, ਇੱਕ ਆਨੰਦ ਦੇਣ ਵਾਲਾ, ਭਾਵ ਕਿ ਸੁਹਜ ਭਾਵ ਆਨੰਦ ਦੇਣਾ, ਉਪਯੋਗਤਾ ਭਾਵ ਸਿੱਖਿਆ ਦੇਣਾ ਹੀ ਸਾਹਿਤ ਦੇ ਮੂਲ ਪ੍ਰਯੋਜਨ ਹਨ। ਕਿ ਕੁਐਸਚਨ ਜਦੋਂ ਆਵੇਗਾ ਉਸ ਵਿੱਚ ਜੋ ਸਾਹਿਤ ਦੇ ਪ੍ਰਯੋਜਨ ਪੁੱਛੇ ਜਾਣ ਤਾਂ ਉਹਨਾਂ ਦਾ ਮੂਲ ਆਨਸਰ ਜੋ ਹੋਵੇਗਾ ਉਪਯੋਗਿਤਾ ਭਾਵ ਨੈਤਿਕ ਸਿੱਖਿਆ ਦੇਣਾ ਜਾਂ ਸਿੱਖਿਆਦਾਇਕ ਹੋਣਾ ਚਾਹੀਦਾ ਹੈ ਜੀ ਸਾਹਿਤ। ਦੂਜਾ ਹੈ ਆਨੰਦਦਾਇਕ, ਭਾਵ ਕਿ ਆਨੰਦ ਦੇਣਾ ਅਤੇ ਸਿੱਖਿਆ ਦੇਣਾ ਜਾਂ ਉਪਯੋਗੀ ਹੋਣਾ ਜੀ ਸਾਹਿਤ ਦਾ ਮੂਲ ਪ੍ਰਯੋਜਨ ਹੈ। ਤਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੀ। ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।